ਸੱਜਣ ਆਊਟਲੁੱਕ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਇਸ ਵੀਡੀਓ ਨੂੰ ਅਪਲੋਡ ਕਰਨ ਦਾ ਕਾਰਨ ਇਹ ਹੈ ਕਿ ਆਪਣੀ ਸੰਗਤ ਦੇ ਵਿੱਚੋਂ ਕਈ ਸੱਜਣਾਂ ਦੇ ਕਮੈਂਟ ਆਏ। ਉਹਨਾਂ ਦੇ ਵਿੱਚੋਂ ਕੁਝ ਕੁ ਨੇ ਬੇਨਤੀ ਕੀਤੀ ਤੇ ਕੁਝ ਕੁ ਨੇ ਸ਼ਿਕਾਇਤ ਵੀ ਕੀਤੀ ਕਿ ਮੈਂ ਪੰਨਾ ਸ਼ਬਦ ਕਿਉਂ ਵਰਤਦਾ ਹਾਂ, ਅੰਗ ਸ਼ਬਦ ਕਿਉਂ ਨਹੀਂ ਵਰਤਦਾ ਜਦੋਂ ਗੁਰੂ ਸਾਹਿਬ ਜੀ ਦੇ ਸੰਦਰਭ ਦੇ ਵਿੱਚ ਆਪਾਂ ਗੱਲ ਕਰਦੇ ਹਾਂ। ਤਾਂ ਇੱਕ ਵੀਰ ਨੇ ਵੀ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਹੈ, ਸੋ ਸਾਨੂੰ ਅੰਗ ਸ਼ਬਦ ਵਰਤਣਾ ਚਾਹੀਦਾ ਹੈ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂਆਂ ਦੀ ਦੇਹ ਹੈ ਤੇ ਸਾਡੇ ਲਈ ਇਹੀ ਇਲਾਹੀ ਗੁਰੂ ਹਨ। ਤੇ ਸੰਗਤ ਦੇ ਸੁਝਾਅ ਨੂੰ ਸਿਰ ਮੱਥੇ ਮੰਨਦੇ ਹੋਏ ਮੈਂ ਇਹ ਫੈਸਲਾ ਲਿਆ ਹੈ ਕਿ ਅੱਜ ਤੋਂ ਮੈਂ ਵੀ ਅੰਗ ਸ਼ਬਦ ਵਰਤਿਆ ਕਰਾਂਗਾ। ਇਹ ਫੈਸਲਾ ਪੂਰੀ ਤਰ੍ਹਾਂ ਨਾਲ ਸੰਗਤ ਦੀ ਸ਼ਰਧਾ ਦੇ ਸਨਮੁਖ ਹੈ। ਹੁਣ ਤੱਕ ਜਿੰਨੀਆਂ ਵੀ ਵੀਡੀਓਜ਼ ਦੇ ਵਿੱਚ ਪੰਨਾ ਸ਼ਬਦ ਅਸੀਂ ਵਰਤਿਆ ਹੈ, ਉਹਦੇ ਲਈ ਸੰਗਤ ਬਖਸ਼ਣਹਾਰ ਹੈ, ਉਹ ਪਰਮਾਤਮਾ ਬਖਸ਼ਣਹਾਰ ਹੈ। ਆਪਣਾ ਇਸ ਚੈਨਲ ਦਾ ਜੋ ਮਕਸਦ ਹੈ ਉਹ ਕਿਸੇ ਵੀ ਤਰ੍ਹਾਂ ਦੇ ਵੈਰ ਵਿਰੋਧ ਨੂੰ ਪਾਲਣਾ ਜਾਂ ਜਨਮ ਦੇਣਾ ਨਹੀਂ ਹੈ। ਕਿਸੇ ਵੀ ਤਰ੍ਹਾਂ ਦੇ ਮਨ ਮੁਟਾਵ ਨੂੰ, ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਇਸ ਲਈ ਜੇਕਰ ਮੇਰੀ ਇੱਕ ਇੰਨੀ ਛੋਟੀ ਜਿਹੀ ਗੱਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਸੰਗਤ ਦੀ ਸ਼ਰਧਾ ਨੂੰ ਠੇਸ ਪਹੁੰਚ ਰਹੀ ਹੈ, ਉਹ ਦੁਖੀ ਹੋ ਰਹੇ ਨੇ, ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾ ਕੇ ਉਹਨਾਂ ਦੀ ਗੱਲ ਨੂੰ ਮੰਨ ਲਵਾਂ। ਸੋ ਮੈਂ ਇਹ ਤੁਹਾਡੀ ਗੱਲ ਮੰਨ ਲਈ ਹੈ। ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਇਹ ਜੋ ਸਹਿਮਤੀ ਹੈ ਸੰਗਤ ਦੀ ਸ਼ਰਧਾ ਦੇ ਨਾਲ ਹੈ। ਇਹ ਕੁਐਸਚਨ, ਇਹ ਪ੍ਰਸ਼ਨ ਕਿ ਗੁਰੂ ਸਾਹਿਬ ਦੇ ਪੰਨਿਆਂ ਨੂੰ ਅਸੀਂ ਪੰਨੇ ਕਹੀਏ ਜਾਂ ਅੰਗ, ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੈਂ ਸਹਿਮਤ ਕਿਉਂ ਨਹੀਂ ਹਾਂ ਤਾਂ ਇਸ ਤੋਂ ਅੱਗੇ ਦੀ ਵੀਡੀਓ ਵੇਖ ਸਕਦੇ ਹੋ। ਜੇਕਰ ਤੁਹਾਡੀ ਇਸ ਗੱਲ ਦੇ ਵਿੱਚ ਹੀ ਤਸੱਲੀ ਹੈ ਕਿ ਮੈਂ ਅੰਗ ਸ਼ਬਦ ਵਰਤਾਂਗਾ ਤਾਂ ਸਹਿਮਤ ਹਾਂ ਜਾਂ ਨਹੀਂ ਹਾਂ, ਇਹਦੇ ਨਾਲ ਫਰਕ ਨਹੀਂ ਪੈਂਦਾ, ਤਾਂ ਤੁਸੀਂ ਇਸ ਵੀਡੀਓ ਨੂੰ ਇੱਥੇ ਹੀ ਬੰਦ ਕਰ ਸਕਦੇ ਹੋ। ਹੁਣ ਜਾਣਦੇ ਹਾਂ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਪੰਨੇ ਕਿਉਂ ਕਹਿੰਦਾ ਹਾਂ। ਉਹਦਾ ਕਾਰਨ ਇਹ ਹੈ ਕਿ ਅੰਗ ਕਹਿਣ ਵਾਲੀ ਜੋ ਗੱਲ ਹੈ ਉਹ ਤਰਕ ਦੇ ਆਧਾਰ ਤੇ ਖਰੀ ਨਹੀਂ ਉਤਰਦੀ ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਰਕਸ਼ੀਲ ਬਣਾਇਆ ਸੀ, ਜੋ ਕਿ ਸ਼ਾਇਦ ਅਸੀਂ ਬਣ ਨਹੀਂ ਪਾਏ। ਸਾਡੀ ਸੋਚ 'ਚ ਅਸੀਂ ਗੁਰੂ ਨੂੰ ਸਿਰਫ ਇਨਸਾਨੀ ਰੂਪ 'ਚ ਹੀ ਵੇਖ ਸਕਦੇ ਹਾਂ ਤੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਗੁਰੂ ਸ਼ਬਦ ਜਾਂ ਕਿਤਾਬ ਦੇ ਰੂਪ ਵਿੱਚ ਵੀ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਬਾਵਜੂਦ ਅਸੀਂ ਸ਼ਬਦ ਗੁਰੂ ਨਾਲ ਘੱਟ ਹੀ ਜੁੜੇ ਤੇ ਸ਼ਬਦ ਗੁਰੂ ਦੀ ਆੜ ਦੇ ਵਿੱਚ ਬੈਠੇ ਇਨਸਾਨਾਂ ਜਾਂ ਪ੍ਰਚਾਰਕਾਂ ਦੇ ਨਾਲ ਜ਼ਿਆਦਾ ਜੁੜੇ। ਦੂਸਰੇ ਨੰਬਰ ਤੇ ਜੇਕਰ ਅਸੀਂ 1469 ਈਸਵੀ 'ਚ ਜਾਈਏ ਤਾਂ ਵੇਖਦੇ ਹਾਂ ਕਿ ਲੋਕ ਮੂਰਤੀ ਪੂਜਾ, ਜੱਗ ਕਰਾਉਣ, ਬਲੀ ਦੇਣ, ਸਤੀ ਕਰਨ, ਤੀਰਥ ਯਾਤਰਾਵਾਂ ਕਰਨ, ਨਰਕ ਸਵਰਗ, ਜਨਮ ਮਰਨ, 84 ਲੱਖ ਜੂਨਾਂ, ਇਹਨਾਂ ਸਾਰੇ ਕਾਸੇ ਦੇ ਵਿੱਚ ਜਿਉਂਦੀ ਤਿਉਂ ਵਿਸ਼ਵਾਸ ਕਰਦੇ ਸਨ। ਇੱਦਾਂ ਦੇ ਕਰਮਕਾਂਡਾਂ ਦੇ ਵਿੱਚ ਉਹ ਗ੍ਰਸਤ ਸਨ। ਪਰ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰਿਆਂ ਦਾ ਖੰਡਨ ਕਰਕੇ ਤਰਕ ਦੇ ਆਧਾਰ ਤੇ ਲੋਕਾਂ ਨੂੰ ਅਸਲ ਗੱਲ ਜੋ ਸੀ ਉਹ ਸਮਝਾਈ। ਗੁਰੂ ਨਾਨਕ ਦੇਵ ਜੀ ਨੇ ਪੱਥਰ ਨੂੰ ਪੱਥਰ ਕਹਿਣ ਦੀ ਜੁਰਤ ਕੀਤੀ, ਭਾਵੇਂ ਕਿ ਲੋਕਾਂ ਦੇ ਲਈ ਉਹ ਪੱਥਰ ਭਗਵਾਨ ਸੀ, ਲੋਕਾਂ ਦੀ ਉਹਦੇ ਵਿੱਚ ਸ਼ਰਧਾ ਸੀ, ਲੋਕ ਉਸ ਪੱਥਰ ਦਾ ਸਤਿਕਾਰ ਕਰਦੇ ਸੀ। ਗੁਰੂ ਜੀ ਕਿਵੇਂ ਇਹ ਜੁਰਤ ਕਰ ਪਾਏ? ਕਿਉਂਕਿ ਤਰਕ ਦੇ ਆਧਾਰ ਤੇ ਉਹ ਇਹ ਗੱਲ ਸਾਬਤ ਕਰ ਸਕਦੇ ਸੀ ਕਿ ਇਹ ਪੱਥਰ ਹੈ। ਬੇਸ਼ੱਕ ਲੋਕਾਂ ਦੀ ਉਸ ਪੱਥਰ ਦੇ ਵਿੱਚ ਲੱਖ ਸ਼ਰਧਾ ਸੀ, ਪਰ ਉਹ ਇਹ ਸਾਬਤ ਨਹੀਂ ਕਰ ਸਕਦੇ ਸੀ ਕਿ ਇਹ ਪੱਥਰ ਭਗਵਾਨ ਹੈ, ਜੋ ਉਹਨਾਂ ਦੀਆਂ ਗੱਲਾਂ ਸੁਣਦਾ ਹੈ, ਸਮਝਦਾ ਹੈ ਤੇ ਉਸ ਮੁਤਾਬਕ ਉਹਨਾਂ ਨੂੰ ਫਲ ਦਿੰਦਾ ਹੈ। ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਨਰਕ ਸਵਰਗ ਸ਼ਬਦਾਂ ਦੇ ਵੀ ਵੱਖਰੇ ਅਰਥ ਸੀ। ਲੋਕਾਂ ਨੇ ਇਹਨਾਂ ਸ਼ਬਦਾਂ ਨੂੰ ਜਿਉਂ ਦੀ ਤਿਉਂ ਹੀ ਮੰਨਿਆ ਹੋਇਆ ਸੀ ਤੇ ਅਸੀਂ ਕੱਲ੍ਹ ਹੀ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਵਿੱਚ ਇਹ ਐਕਸਪਲੇਨ ਕੀਤਾ ਹੈ ਕਿ ਅਸਲ ਦੇ ਵਿੱਚ ਨਰਕ ਸਵਰਗ ਦੇ ਅਰਥ ਕੀ ਸਨ। ਲੋਕਾਂ ਨੇ ਜਨਮ ਮਰਨ ਦੇ ਚੱਕਰਾਂ ਨੂੰ ਵੀ ਜਿਉਂ ਦੀ ਤਿਉਂ ਸ਼ਬਦ ਦੇ ਤੌਰ ਤੇ ਵਰਤ ਕੇ ਹੋਰ ਹੀ ਮਤਲਬ ਕੱਢਿਆ ਹੋਇਆ ਸੀ, ਜੋ ਤਰਕ ਦੇ ਆਧਾਰ ਤੇ ਸਹੀ ਨਹੀਂ ਬੈਠਦਾ ਸੀ। ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਮਨ ਨਾਲ ਜੋੜ ਕੇ ਇਹ ਜਨਮ ਮਰਨ ਦੇ ਚੱਕਰ ਸਮਝਾਏ। ਤੇ ਬਿਲਕੁਲ ਉਸੇ ਤਰ੍ਹਾਂ ਹੀ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤਾਂ ਅਸੀਂ ਉਹਨਾਂ ਦੇ ਸ਼ਬਦਾਂ ਨੂੰ ਜਿਉਂ ਦੀ ਤਿਉਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪੋਥੀ ਹੈ ਉਸ ਨੂੰ ਦੇਹ ਹੀ ਮੰਨ ਲਿਆ ਤੇ ਉਸ ਦੇ ਪੰਨਿਆਂ ਨੂੰ
ਅਸੀਂ ਅੰਗ ਕਹਿਣਾ ਸ਼ੁਰੂ ਕਰ ਦਿੱਤਾ। ਜੇ ਅਸੀਂ ਉੱਦਾਂ ਵੀ ਸੋਚੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਗੁਰੂ ਸਾਹਿਬ ਦਾ ਗਿਆਨ ਹੈ, ਉਹਨਾਂ ਦੇ ਅੰਗ ਨਹੀਂ ਨੇ। ਉਹ ਗੁਰੂ ਸਾਹਿਬ ਦੀ ਸੋਚ ਹੈ, ਉਹਨਾਂ ਦਾ ਸਰੀਰ ਨਹੀਂ ਹੈ। ਕਿਉਂਕਿ ਜੋ ਸਰੀਰ ਹੈ ਉਹ ਨਾਸਵੰਤ ਹੈ, ਉਸ ਦਾ ਨਾਸ਼ ਹੋ ਸਕਦਾ ਹੈ, ਪਰ ਜੋ ਸੋਚ ਹੈ ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜੋ ਗਿਆਨ ਹੈ ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕੁਦਰਤ ਦਾ ਨਿਯਮ ਹੈ ਕਿ ਸਰੀਰ, ਇੱਕ ਪ੍ਰਕਾਰ ਦਾ ਸਰੀਰ ਇੱਕ ਹੀ ਹੋ ਸਕਦਾ ਹੈ, ਕੋਈ ਵੀ ਦੋ ਸਰੀਰ ਇੱਕੋ ਜਿਹੇ ਨਹੀਂ ਹੋ ਸਕਦੇ। ਪਰ ਜੋ ਸੋਚ ਹੈ, ਜੋ ਗਿਆਨ ਹੈ, ਉਹਦੀਆਂ ਅਸੀਂ ਕਿੰਨੀਆਂ ਮਰਜ਼ੀ ਚਾਹੀਏ ਕਾਪੀਆਂ ਕਰ ਸਕਦੇ ਹਾਂ। ਜੇਕਰ ਅਸੀਂ ਰੱਬ ਦੇ ਕਨਸੈਪਟ ਦੀ ਵੀ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਰੱਬ ਦਾ ਕਨਸੈਪਟ ਕੁਝ ਹੋਰ ਸੀ। ਅੱਜ ਵੀ ਹੈ, ਬਹੁਤੇ ਲੋਕ ਅੱਜ ਵੀ ਉਸ ਤਰ੍ਹਾਂ ਦੇ ਰੱਬ ਵਿੱਚ ਹੀ ਵਿਸ਼ਵਾਸ ਕਰਦੇ ਹਨ, ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਹੋਰ ਰੱਬ ਦੇ ਦਰਸ਼ਨ ਕਰਾਏ ਜੋ ਹਰ ਥਾਂ ਵਿਆਪਕ ਹੈ, ਜੋ ਸਾਡੇ ਅੰਦਰ ਵੀ ਮੌਜੂਦ ਹੈ। ਇੱਕ ਉਸ ਤਰ੍ਹਾਂ ਦਾ ਰੱਬ ਜਿਹਦਾ ਪ੍ਰੈਕਟੀਕਲ ਪੱਧਰ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਰੋਲ ਹੈ। ਗੁਰੂ ਸਾਹਿਬ ਨੇ ਉਸ ਪਰਮਾਤਮਾ ਦੀ ਰਜ਼ਾ ਦੇ ਉੱਪਰ, ਉਹਦੇ ਹੁਕਮ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਉਹਦੇ ਹੁਕਮ ਅਨੁਸਾਰ ਹੁੰਦਾ ਹੈ, ਤਾਂ ਕਿ ਅਸੀਂ ਮੁਸੀਬਤਾਂ ਦੇ ਵੇਲੇ 'ਚ ਦੁਖੀ ਨਾ ਹੋਈਏ ਤੇ ਉਸ ਮੁਸੀਬਤ ਨੂੰ ਵੀ ਉਸ ਪਰਮਾਤਮਾ ਦੀ ਨਿਆਮਤ ਸਮਝੀਏ। ਪਰ ਜ਼ਿਆਦਾਤਰ ਲੋਕਾਂ ਦੇ ਲਈ ਰੱਬ ਦਾ ਕਨਸੈਪਟ ਅੱਜ ਵੀ ਉਹੀ ਹੈ ਕਿ ਜਿਸ ਦੇ ਅੱਗੇ ਹੱਥ ਜੋੜ ਕੇ ਅਸੀਂ ਕੁਝ ਮੰਗ ਲਈਏ ਤੇ ਉਹ ਸਾਨੂੰ ਦਿੰਦਾ ਹੈ। ਉਹ ਸਾਡੇ ਮੰਗੇ ਤੋਂ ਬਗੈਰ ਹੀ ਸਾਨੂੰ ਬਹੁਤ ਕੁਝ ਦੇ ਦਿੰਦਾ ਹੈ। ਸਾਨੂੰ ਬਖਸ਼ਿਸ਼ਾਂ ਉਹ ਸਾਡੇ ਮਨ ਦੇ ਡੂੰਘੀ ਸੋਚ ਜੋ ਹੈ ਉਹਦੇ ਆਧਾਰ ਤੇ ਦਿੰਦਾ ਹੈ। ਜੋ ਅਸੀਂ ਮੁੱਖੋਂ ਬੋਲ ਕੇ ਮੰਗਦੇ ਹਾਂ ਉਹਦੇ ਆਧਾਰ ਤੇ ਨਹੀਂ। ਸੋ ਕਹਿਣ ਤੋਂ ਭਾਵ ਜੇ ਸਿੱਟੇ ਵਜੋਂ ਅਸੀਂ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਸਾਨੂੰ ਸ਼ਬਦਾਂ ਦੀ ਥੋੜ੍ਹਾ ਡੂੰਘਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ, ਸ਼ਬਦਾਂ ਦੇ ਉੱਪਰ ਜਿਉਂ ਦੀ ਤਿਉਂ ਵਿਸ਼ਵਾਸ ਕਰਨ ਦੇ ਨਾਲੋਂ। ਜੇਕਰ ਮੇਰੀ ਇਸ ਗੱਲਬਾਤ ਦੇ ਵਿੱਚੋਂ ਕੁਝ ਵੀ ਤੁਹਾਨੂੰ ਬੁਰਾ ਲੱਗਿਆ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਅਖੀਰ ਦੇ ਵਿੱਚ ਇਹੀ ਸੰਦੇਸ਼ ਹੈ ਕਿ ਆਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਦੇ ਵਿੱਚ ਗੁਰੂ ਮੰਨੀਏ। ਉਹਨਾਂ ਦੇ ਪੰਨਿਆਂ ਨੂੰ ਅਸੀਂ ਪੰਨੇ ਕਹਿਣਾ ਹੈ ਜਾਂ ਅੰਗ ਕਹਿਣਾ ਹੈ, ਇਸ ਬਹਿਸ ਤੋਂ ਉੱਪਰ ਉੱਠੀਏ। ਇਸ ਬਹਿਸ ਨੂੰ ਇੱਥੇ ਹੀ ਅਸੀਂ ਸਮਾਪਤ ਕਰਕੇ ਪਿਆਰ ਮੁਹੱਬਤ ਦੇ ਨਾਲ ਗੁਰੂ ਦੀ ਬਾਣੀ ਸਰਵਣ ਕਰੀਏ। ਮੈਂ ਤੁਹਾਡੀ ਗੱਲ ਮੰਨ ਲਈ ਹੈ, ਹੁਣ ਤੋਂ ਆਪਾਂ ਅੰਗ ਹੀ ਕਿਹਾ ਕਰਾਂਗੇ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।